हाँ जी बेटा, लास्ट क्लास तक ਆਪਾਂ डिस्कस ਕੀਤਾ ਸੀ अबाउट कैलोरीमेट्री। कुछ क्वेश्चन ਕੀਤੇ ਸੀ, कॉमन टेंपरेचर ਕਿੰਨਾ ਆ ਰਿਹਾ ਹੈ, ਟਰਮਸ ਕੀਤੀਆਂ ਸੀ, ਸਪੈਸਿਫਿਕ ਹੀਟ ਕੈਪੈਸਿਟੀ। ਇਸ ਦੇ ਨਾਲ ਦੀ ਇੱਕ ਹੋਰ ਟਰਮ ਅੱਜ ਡਿਸਕਸ ਕਰਦੇ ਹਾਂ ਆਪਾਂ, ਟਰਮ ਆਉਂਦੀ ਹੈ ਵਾਟਰ ਇਕੁਇਵਲੈਂਟ। ਵਾਟਰ ਇਕੁਇਵਲੈਂਟ ਮਟੀਰੀਅਲ ਦਾ ਕੋਈ ਵੀ ਆਬਜੈਕਟ ਹੈ, ਉਸ ਦਾ ਆਪਾਂ ਹੀਟ ਦੀ ਟਰਮ 'ਚ ਇਕੁਇਵਲੈਂਟ ਅਮਾਉਂਟ ਆਫ ਵਾਟਰ ਦੇਖਣਾ ਹੈ, ਕਿੰਨਾ ਹੋਊਗਾ, ਕਿੰਨਾ ਕਿ ਇਕੁਇਵਲੈਂਟ ਅਮਾਉਂਟ ਆਫ ਵਾਟਰ ਮਟੀਰੀਅਲ ਦੇ ਇਕੁਅਲ ਆਊ। ਪਹਿਲਾਂ ਡੈਫੀਨੇਸ਼ਨ ਦੇਖਦੇ ਹਾਂ ਆਪਾਂ ਇਸ ਦੀ। that water equivalent of a substance is equal to amount of water needed that will absorb same heat for same change in temperature. That will absorb same heat for same change in temperature, either increase or decrease. That amount of water is called water equivalent of that substance. For example, ਆਪਾਂ ਇੱਕ ਪਿਛਲਾ ਕੁਐਸਚਨ ਕੀਤਾ ਸੀ, ਇਹ 'ਚ ਕੰਟੇਨਰ ਸੀ, ਮਾਸ ਸੀ ਕੰਟੇਨਰ ਦਾ 8.4 kg, ਜਾਂ ਆਪਾਂ ਕਹਿ ਦਈਏ 8400 ਗ੍ਰਾਮ। ਕੰਟੇਨਰ ਦੀ ਸਪੈਸੀਫਿਕ ਹੀਟ ਆਈ ਸੀ ਐਲੂਮੀਨੀਅਮ ਦੀ 1 ਜੂਲ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ। ਆਪਾਂ ਇਸ ਕੰਟੇਨਰ ਨੂੰ ਕੁਝ Q ਅਮਾਉਂਟ ਆਫ ਹੀਟ ਦਿੱਤੀ ਸੀ। Q ਦੀ ਵੈਲਿਊ ਆਈ ਸੀ ਮਾਸ ਆਫ ਕੰਟੇਨਰ, ਮਤਲਬ 8400 ਗ੍ਰਾਮ। ਸਪੈਸੀਫਿਕ ਹੀਟ ਇਜ਼ 1 ਜੂਲ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ। ਮੰਨ ਲਓ ਇਹਦੇ ਨਾਲ ਇਹਦਾ ਟੈਂਪਰੇਚਰ ਡੈਲਟਾ T ਚੇਂਜ ਹੋ ਗਿਆ ਸੀ। ਸਪੈਸੀਫਿਕ ਹੀਟ ਹੈਗੀ ਸੀ ਇਹਦੀ 1 ਜੂਲ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ, ਟੈਂਪਰੇਚਰ ਚੇਂਜ ਆ ਗਿਆ ਲੈਟਸ ਸਪੋਜ਼ ਡੈਲਟਾ T। ਹੁਣ ਆਪਾਂ ਇਹੀ Q ਹੀਟ ਵਾਟਰ ਨੂੰ ਦੇ ਰਹੇ ਹਾਂ, ਮੈਂ MW ਕਹਿ ਰਿਹਾ, ਵਾਟਰ ਦਾ ਮਾਸ ਹੈ, ਉਹਦੀ ਸਪੈਸੀਫਿਕ ਹੀਟ ਹੈ 4.2 ਜੂਲ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ। ਜੇ ਇਸ ਵਾਟਰ ਦੇ ਵਿੱਚ ਵੀ MW ਮਾਸ ਆਫ ਵਾਟਰ ਦਾ ਵੀ ਟੈਂਪਰੇਚਰ ਸੇਮ ਡੈਲਟਾ T ਨਾਲ ਚੇਂਜ ਕਰ ਰਿਹਾ ਹੈ, then this MW is called water equivalent of that container. ਤੇ ਇੱਥੋਂ ਕੀ ਲੱਗਦਾ ਕਿੰਨਾ ਆ ਰਿਹਾ ਹੈ? ਸੋਲਵ ਕਰਦੇ ਹਾਂ ਤਾਂ ਸੋਲਵ ਕਰਕੇ MW ਆ ਰਿਹਾ 2000 ग्राम और 2 kg। मीन्स जो ये कंटेनर है, ਆਪਾਂ ਇਸ ਨੂੰ ਇਕੁਇਵਲੈਂਟ ਵਾਟਰ ਮੰਨ ਸਕਦੇ ਹਾਂ, ਕਿੰਨਾ 2 kg। ਆਪਾਂ ਇਸ ਨੂੰ ਵਾਟਰ ਸਪੋਜ਼ ਕਰ ਸਕਦੇ ਹਾਂ ਜਸਟ ਕਿੰਨਾ 2 kg। ਲਾਈਕ ਜਿਵੇਂ ਹੁਣ ਆਪਣੇ ਕੋਲੇ ਪਿਛਲਾ ਕੁਐਸਚਨ ਸੀ, ਇਹ ਆਪਣੇ ਲਈ ਹੁਣ ਇਹ ਰਿਡਿਊਸ ਹੋ ਗਿਆ ਇੱਕ ਤਰ੍ਹਾਂ ਨਾਲ, ਕਿ ਮੈਂ ਕਹਿ ਸਕਦਾ ਕਿ ਆਪਾਂ ਐਨ ਐਲੂਮੀਨੀਅਮ ਕੰਟੇਨਰ 8.4 kg ਦੀ ਜਗ੍ਹਾ ਤੇ ਸਿੰਪਲੀ ਕਹਿ ਸਕਦੇ ਹਾਂ ਕਿ 2 kg ਵਾਟਰ। ਸੋਲਵ ਕਰਕੇ ਦੇਖਿਓ ਕੁਐਸਚਨ ਨੂੰ, ਕਿਸੇ ਨੂੰ ਕਰਿਓ ਕਿ that 2 kg ਵਾਟਰ at 25 ਡਿਗਰੀ ਸੈਲਸੀਅਸ ਹੈ ਤੇ 500 ਗ੍ਰਾਮ ਵਾਟਰ 50 ਡਿਗਰੀ ਸੈਲਸੀਅਸ ਹੈ। ਸਪੈਸੀਫਿਕ ਹੀਟ ਤਾਂ ਦੋਨਾਂ ਦੀ ਸੇਮ ਹੀ ਹੋਗੀ, ਫਿਰ ਦੋਨੇ ਪਾਸੇ ਵਾਟਰ ਹੀ ਹੋ ਗਿਆ। ਫਾਈਨਲ ਟੈਂਪਰੇਚਰ ਦੇਖਿਓ, ਜੇ 30 ਆ ਗਿਆ ਤਾਂ ਹੈਂਡ ਰੇਜ਼ ਕਰ ਦਿਓ। ਈਜ਼ੀ ਹੋ ਗਿਆ ਇਹਦੇ ਨਾਲੋਂ, ਜੇ ਆਪਾਂ ਦੋਨੇ ਪਾਸੇ ਵਾਟਰ ਹੀ ਕਨਵਰਟ ਕਰ ਲਿਆ ਤਾਂ ਈਜ਼ੀ ਹੋ ਜਾਂਦਾ ਹੈ ਕੰਮ। ਆਪਣੇ ਕੋਲ ਇਕੁਏਸ਼ਨ ਕੀ ਬਣੀ ਹੋਊਗੀ, 2000 ਹੈ, C ਤਾਂ ਕੈਂਸਲ ਹੀ ਹੋ ਜਾਣਾ, ਇੰਟੂ T ਮਾਈਨਸ 25, ਦੂਸਰੇ ਪਾਸੇ 500 ਹੈ ਇੰਟੂ 50 ਮਾਈਨਸ T। ਆਹ ਕੈਲਕੂਲੇਸ਼ਨ ਰਹਿ ਜਾਣੀ ਹੈ। ਇਕੁਏਸ਼ਨ ਦੇਖ ਲਓ, ਉਹੀ ਬਣੀ ਸੀ 4 ਇੰਟੂ T ਮਾਈਨਸ 25
4 इंटू टी माइनस 25 इज इक्वल टू 50 माइनस टी, हुण भी वही इक्वेशन बन रही है, वही आंसर आ रहे। हाँ बट ईजी की हो गया कि हुण जिवें ये क्वेश्चन हुंदा अपने कोले ਤਾਂ ਆਪਾਂ ਇਹਨੂੰ ਸਿੰਪਲ ਕਰ ਸਕਦੇ ਸੀਗੇ ਨਾ ਕਿ ਵਾਟਰ ਇਕੁਇਵਲੈਂਟ 2 kg ਆ ਗਿਆ ਤਾਂ ਇਹ ਹੁਣ ਆਪਣੇ ਕੋਲੇ ਪੂਰਾ 2500 ਗ੍ਰਾਮ ਵਾਟਰ ਬਣ ਗਿਆ। 2 kg ਕੰਟੇਨਰ ਕਿੰਨਾ ਬਣ ਗਿਆ 2 kg ਵਾਟਰ, 500 ਗ੍ਰਾਮ ਵਾਟਰ ਹੋ ਰਿਹਾ ਹੈ। ਪੁੱਛ ਲੈਣ ਕਿ ਇੰਨੀ ਹੀਟ ਦਿੱਤੀ ਹੈ ਕਿੰਨਾ ਟੈਂਪਰੇਚਰ ਚੇਂਜ ਕਰੂਗਾ, ਫਿਰ ਆਪਾਂ ਨੂੰ ਦੋ ਅਲੱਗ-ਅਲੱਗ ਲੈਣ ਦੀ ਲੋੜ ਨਹੀਂ ਆਈ ਕਿ ਕੰਟੇਨਰ ਅਲੱਗ ਲੈਣੇ ਆ ਵਾਟਰ ਅਲੱਗ ਲੈਣੇ ਆ, ਆਪਾਂ ਸਭ ਕੁਝ ਨੂੰ ਵਾਟਰ 'ਚ ਹੀ ਕਨਵਰਟ ਕਰ ਲਿਆ। that is water equivalent, that is its water equivalent। इतने क्वेश्चन करे कि स्पेसिफिक हीट है कॉपर दी 0.42 जूल पर ग्राम पर डिग्री सेल्सियस, 2 kg का कंटेनर है, वाटर इक्विवेलेंट दसना है। टू 200 ग्राम की आ गया आंसर। आप करना की है मास ऑफ कंटेनर इनटू स्पेसिफिक हीट ऑफ कंटेनर, डेल्टा टी कैंसिल होगा, मास ऑफ इक्विवेलेंट वाटर इनटू स्पेसिफिक हीट ऑफ वाटर, डेल्टा टी कैंसिल कर तो क्यू दी वैल्यू सी जी आप इक्वेट की है। डेफिनेशन एक बार फिर रीड कर लो, इट इज इक्विवेलेंट अमाउंट ऑफ वाटर, कितना वाटर अपन को चाहिए है, that shows same change in temperature as by object with same heat। इत्थे सीगा मास सी 2000 ग्राम ते स्पेसिफिक हीट सी 0.42 जूल पर ग्राम पर डिग्री सेल्सियस। दूसरे पासे MW ते ओदी जूल च देखिए तो 4.2 जूल पर ग्राम पर डिग्री सेल्सियस। मास ऑफ वाटर की हो गया इत्थे अपने कोले, दिस इज 200 ग्राम। ग्राम। अगे चलते हैं, आप एक नवा कॉन्सेप्ट आ रहा है, दैट इज लेटेंट हीट ऑफ फ्यूजन एंड लेटेंट हीट ऑफ वेपराइजेशन। एक कर्व है जिसनों आप हीटिंग कर्व कह सकते हैं। वाई एक्सिस ते आप ले रहे हैं टेंपरेचर एंड एक्स एक्सिस के अलॉन्ग आप शो कर रहे हैं जो कांस्टेंट पावर होंगी तो पावर इनटू टाइम एनर्जी आ जाना सी, हीट आ जाना सी। एक्स एक्सिस के अलॉन्ग आप ले रहे हैं हीट सप्लाइड। इत्थे फेज चेंज की गल हो रही है, फेज चेंज की गल हो रही है। एक एग्जांपल नाल समझते हैं। मान लो अपने को आइस सी -40 डिग्री सेल्सियस थी, आइस नूं कूल किया होया सी, होर भी ठंडा किया होया सी -40 डिग्री सेल्सियस। इहदी हीटिंग शुरू की है आप, सॉलिड स्टेट है, हीटिंग करांगे टेंपरेचर इंक्रीज करूगा। अजे आइस ही रह रही है इत्थों तक जिथे मेल्टिंग पॉइंट आऊगा वेयर इट इज 0 डिग्री सेल्सियस। इत्थे जो आप हीट सप्लाई की है तो टेंपरेचर इंक्रीज किया है, आपको दिख रहा है कि हीट सप्लाई हो रही है, टेंपरेचर बढ़ रहा है, पता है हीट ने टेंपरेचर चेंज करना है। इस तो बाद आप हीट सप्लाई करन ले रहे हैं हजे भी, बट टेंपरेचर नहीं चेंज हो रहा। आज जो ग्राफ शो कर रहे हैं आप हीट अजे भी सप्लाई कर रहे हैं बट टेंपरेचर नहीं चेंज हो रहा। आपको पता भी नहीं लगना कि आप हीट भी सप्लाई की, आप तो इस तरह ही देखांगे ना कि
ਥਰਮੋਮੀਟਰ ਲੱਗਿਆ ਹੋਇਆ ਹੈ, ਜੇ ਥਰਮੋਮੀਟਰ ਦੀ ਰੀਡਿੰਗ ਉੱਪਰ ਜਾਈ ਜਾ ਰਹੀ ਹੈ ਮਤਲਬ ਹੀਟ ਮਿਲ ਰਹੀ ਹੈ। ਇੱਥੇ ਆਪਾਂ ਹੀਟ ਵੀ ਦਿੱਤੀ ਬਟ ਥਰਮੋਮੀਟਰ ਦੀ ਰੀਡਿੰਗ ਨਹੀਂ ਚੇਂਜ ਹੋਈ, ਥਰਮੋਮੀਟਰ ਦੀ ਰੀਡਿੰਗ ਨਹੀਂ ਕੋਈ ਚੇਂਜ ਹੋਈ। ਇੱਥੇ ਹੋ ਕੀ ਰਿਹਾ ਹੈ ਕਿ ਜਦੋਂ ਆਪਾਂ ਹੀਟ ਕਰਨਾ ਸ਼ੁਰੂ ਕੀਤਾ ਸੀ ਉੱਥੇ ਸਾਰੀ ਕੀ ਸੀ, ਆਈਸ। ਜਿੱਥੇ ਹੀਟ ਕਰਨਾ ਬੰਦ ਕੀਤਾ ਉੱਥੇ ਬਣ ਗਿਆ ਸਾਰਾ ਵਾਟਰ। in between ice plus water ਸੀ, solid plus liquid ਸੀ। ਤੇ ਜੋ ਹੀਟ ਗਈ ਹੈ ਇਹ ਹੀਟ ਯੂਜ਼ ਹੋਈ ਹੈ to change the state, to change the state, state change ਕਰਨ ਲਈ ਯੂਜ਼ ਹੋਈ ਹੈ। ਇਹ ਜੋ ਹੀਟ ਯੂਜ਼ ਹੋਈ ਹੈ ਇਹ state change ਕਰਨ ਲਈ ਯੂਜ਼ ਹੋਈ ਹੈ, from solid to liquid। solid to liquid ਇਹਨੇ state ਨੇ change ਹੋਣਾ ਸੀ, ਉਹਦੇ ਲਈ ਇਹ ਹੀਟ ਯੂਜ਼ ਹੋਈ ਹੈ। ਆਈਸ ਨੂੰ ਵਾਟਰ ਚ ਕਨਵਰਟ ਕਰਨ ਲਈ ਮੋਲੀਕਿਊਲਸ ਕੋਲ એનર્ਜੀ ਗਈ ਹੈ। ਸੋਲਿਡ ਦੇ ਮੋਲੀਕਿਊਲਸ ਮੋਸ਼ਨ ਘੱਟ ਹੁੰਦੀ ਹੈ, ਘੱਟ એનર્ਜੀ ਹੈ। ਜਦੋਂ ਲਿਕੁਇਡ ਚ ਆ ਗਿਆ ਤਾਂ ਮੋਲੀਕਿਊਲਰ ਮੋਸ਼ਨ ਇਨਕਰੀਜ਼ ਕਰ ਗਈ, ਉਹ ਮੋਲੀਕਿਊਲਸ ਨੂੰ એનર્ਜੀ ਮਿਲ ਗਈ। ਟੈਂਪਰੇਚਰ ਨਹੀਂ ਵਧਿਆ ਬਟ ਮੋਲੀਕਿਊਲਸ ਦੀ એનર્ਜੀ ਇਨਕਰੀਜ਼ ਹੋਈ ਹੈ। ਜਦੋਂ ਵਾਟਰ ਬਣ ਗਿਆ ਪੂਰਾ ਫਿਰ ਇਹਦਾ ਟੈਂਪਰੇਚਰ ਇਨਕਰੀਜ਼ ਕਰੂਗਾ, ਫਿਰ ਇਹਦਾ ਟੈਂਪਰੇਚਰ ਇਨਕਰੀਜ਼ ਕਰੂਗਾ ਅਪ ਟੂ boiling point, up to 100 degree Celsius। ਇੱਥੇ ਆ ਕੇ ਫਿਰ ਜਦੋਂ ਆਪਾਂ ਹੀਟ ਸਪਲਾਈ ਕਰਾਂਗੇ ਫਿਰ ਨਹੀਂ ਟੈਂਪਰੇਚਰ ਚੇਂਜ ਕਰ ਰਿਹਾ। ਇੱਥੇ ਕੀ ਹੋ ਰਿਹਾ ਹੋਊਗਾ ਹੁਣ, ਲਿਕੁਇਡ ਟੂ ਗੈਸ ਕਨਵਰਜਨ ਹੋ ਰਹੀ। ਤੇ ਇੱਥੇ ਦੋ ਵਾਰੀ ਹੀਟ ਇਹ ਜੀ ਆਈ ਹੈ ਜਿਹਦੇ ਚ ਆਪਾਂ ਨੂੰ ਦਿਖ ਨਹੀਂ ਰਿਹਾ ਕਿ ਹੀਟ ਜਾ ਰਹੀ ਹੈ ਪਰ ਹੀਟ ਮਿਲ ਰਹੀ ਸੀ, ਉਹ ਸਟੇਟ ਨੂੰ ਚੇਂਜ ਕਰਨ ਲਈ ਯੂਜ਼ ਹੋ ਰਹੀ ਸੀ। ਲੇਟੈਂਟ ਜਿਹੜਾ ਵਰਡ ਹੈ ਇਹਦਾ ਡਿਕਸ਼ਨਰੀ ਮੀਨਿੰਗ ਹੈ ਮੀਨਸ ਹਿਡਨ, ਇੰਗਲਿਸ਼ ਮੀਨਿੰਗ ਹੈ ਇਸਦਾ ਹਿਡਨ। ਦੈਟ ਮੀਨਸ ਇਹ ਹਿਡਨ ਹੀਟ ਸੀ ਜੋ ਆਪਾਂ ਨੂੰ ਦੇ ਨਹੀਂ ਪਈ, ਜਿਹਦੇ ਨਾਲ ਆਪਾਂ ਨੂੰ ਸਟੇਟ ਚੇਂਜ ਦਿਖ ਰਹੀ ਹੈ ਬਟ ਟੈਂਪਰੇਚਰ ਚੇਂਜ ਨਹੀਂ ਪਤਾ ਲੱਗ ਰਿਹਾ, ਕੋਈ ਹੈ ਹੀ ਨਹੀਂ ਹੈ ਟੈਂਪਰੇਚਰ ਚੇਂਜ, ਓਨਲੀ ਸਟੇਟ ਚੇਂਜ ਹੋ ਰਹੀ ਹੈ। ਦਿਸ ਹਿਡਨ ਹੀਟ ਜੋ ਮੈਲਟਿੰਗ ਦੇ ਟਾਈਮ ਤੇ ਆਉਂਦੀ ਹੈ ਦੈਟ ਇਜ਼ ਲੇਟੈਂਟ ਹੀਟ ਆਫ ਫਿਊਜ਼ਨ, ਐਂਡ ਜੋ ਬੋਇਲਿੰਗ ਦੇ ਟਾਈਮ ਤੇ ਆਉਂਦੀ ਹੈ ਦੈਟ ਇਜ਼ ਲੇਟੈਂਟ ਹੀਟ ਆਫ ਵੈਪੋਰਾਈਜ਼ੇਸ਼ਨ। ਇਹਨੂੰ ਆਪਾਂ ਡਿਫਾਈਨ ਵੀ ਕਰਦੇ ਹਾਂ, latent heat of fusion, latent heat of fusion is it is amount of heat required when unit mass of substance is changed from solid to liquid। now लिख लो at its melting point। when unit mass of substance is changed from solid to liquid at its melting point। melting point ਤੇ solid to liquid transition ਹੁੰਦੀ ਹੈ, ਉਹਦੇ ਲਈ ਜੋ ਪਰ ਯੂਨਿਟ ਮਾਸ ਹੀਟ ਚਾਹੀਦੀ ਹੈ that is called latent heat of fusion। ਫਿਊਜ਼ ਕਰ ਰਿਹਾ, ਮੈਲਟ ਹੋ ਰਿਹਾ। ਹਾਂ ਆਪੋਜ਼ਿਟ ਵੀ ਹੋਊਗਾ, ਜੇ ਲਿਕੁਇਡ ਸੋਲਿਡ ਚ ਚੇਂਜ ਹੋਊਗਾ ਤਾਂ ਹੀਟ ਰਿਲੀਜ਼ ਹੋਊਗੀ, ਬਾਹਰ ਨਿਕਲੂਗੀ। ਆਪਾਂ ਵਾਟਰ ਨੂੰ ਫਰੀਜ਼ ਕਰ ਰਹੇ ਹਾਂ ਤਨਵੀ, ਇਹ ਐਕਸੋਥਰਮਿਕ ਪ੍ਰੋਸੈਸ ਹੈ ਕਿ ਐਂਡੋਥਰਮਿਕ ਹੈ? ठंडा कर रहे हैं, क्यों? ਇਹ ਚ ਲੱਗਦਾ ਹੁੰਦਾ ਕਿ ਠੰਡਾ ਹੋ ਗਿਆ ਹੈ। ਵਾਟਰ ਨੇ ਆਈਸ ਚ ਕਨਵਰਟ ਹੋਣਾ ਹੈ ਤਾਂ ਹੀਟ ਰਿਲੀਜ਼ ਹੋਊਗੀ। ਆਪਾਂ ਨੂੰ ਟੈਂਪਰੇਚਰ ਜ਼ੀਰੋ ਕਰਕੇ ਲੱਗਦਾ ਹੁੰਦਾ ਕਿ ਹਾਂਜੀ ਤਾਂ ਠੰਡਾ ਜਿਹਾ ਵਾਲਾ ਕੰਮ ਹੋ ਗਿਆ, ਪਰ ਖਿਆਲ ਰੱਖੋ ਉਹ ਪ੍ਰੋਸੈਸ ਕਿਹੜਾ ਹੋਇਆ, ਦੈਟ ਇਜ਼ ਐਕਸੋਥਰਮਿਕ ਪ੍ਰੋਸੈਸ। ਆਈਸ ਨੂੰ ਮੈਲਟ ਕਰ ਰਹੇ ਹੈ, that is endotherm।
ਆਈਸ ਮੈਲਟ ਹੋ ਰਹੀ ਹੈ, that is endothermy। ਇੱਥੋਂ ਡੈਫੀਨੇਸ਼ਨ ਦੇਖ ਕੇ ਯੂਨਿਟ ਦੱਸੋਗੇ, ਐਸਆਈ ਯੂਨਿਟ ਕੀ ਆਉਣਗੇ ਸਾਨੀਆਂ? ਜੈਸਮੀਨ। जूल पर केजी, हीट पर यूनिट मास, एनर्जी पर यूनिट मास। हाँ, इससे प्रैक्टिकल यूनिट्स कुछ भी बना सकते हैं आप, जिवें प्रैक्टिकल यूनिट बन गए अपने कोले जूल पर केजी एसआई यूनिट हो गए, प्रैक्टिकल यूनिट हो गए लाइक कैलोरी पर ग्राम, जिवें आप स्पैसिफिक हीट च भी कैलोरी पर ग्राम पर डिग्री सेल्सियस, इत्थे हाँ पर डिग्री सेल्सियस वाला काम नहीं हैगा, टैंपरेचर का चेंज ही नहीं हो रहा। कैलोरी पर ग्राम च है, तो एक वाटर की जिवें आप स्पैसिफिक हीट याद रखी है, वाटर की लेटेंट हीट ऑफ फ्यूजन भी ध्यान च रखनी है। लेटेंट हीट ऑफ फ्यूजन फॉर वाटर प्रैक्टिकल यूनिट की दस रहा मैं, दैट इज 80 कैलोरीज पर ग्राम। वन ग्राम आइस है, ਉਹਨੂੰ ਮੈਲਟ ਕਰਨ ਲਈ 80 ਕੈਲੋਰੀ ਦੀ ਹੀਟ ਚਾਹੀਦੀ ਹੈ, ਮਤਲਬ ਕੋਲਡ ਵਾਟਰ, ਕੋਲਡੈਸਟ ਵਾਟਰ ਕਹਿ ਲਓ, 0 ਡਿਗਰੀ ਸੈਲਸੀਅਸ ਤੇ ਵਾਟਰ ਬਣਾਉਣਾ ਹੈ ਆਈਸ ਤੋਂ, ਆਪਾਂ ਨੂੰ ਹੀਟ ਦੇਣੀ ਪਊਗੀ ਕਿੰਨੀ? 80 ਕੈਲੋਰੀਜ਼ 1 ਗ੍ਰਾਮ ਲਈ। ਹੁਣ ਜੇ ਉਹੀ 1 ਗ੍ਰਾਮ ਹੋਏ, ਵਾਟਰ ਹੈ 0 ਤੇ ਹੈ, ਉਸ ਨੂੰ ਮੈਂ ਫਿਰ 80 ਕੈਲੋਰੀ ਹੀਟ ਦੇ ਦਿੰਦਾ, ਟੈਂਪਰੇਚਰ ਕਿੰਨਾ ਹੋ ਜਾਊਗਾ? MC डेल्टा टी लाओ, मास 1 C1 डेल्टा टी करना, Q अपन 80 कैलोरी दी है, तो डेल्टा टी कितना हो गया? 80। मतलब जिन्ने नाल वाटर नीयरली बॉइलिंग पॉइंट तक पहुंच जाता है, जिन्नी हीट नाल, उन्नी हीट नाल जस्ट आइस मैल्ट होंदी है। आप चाह पीने, चाह आप 60-70 डिग्री वाली पी लेने, 89 बहुत हाई टैंपरेचर हो गया ना, 100 ਤੇ वाटर बॉयल कर जाता है, तो इन्नी हीट नाल जस्ट आइस मैल्ट होंदी है 80 कैलोरीज पर ग्राम। इसीलिए ठंडा पानी पाने नाल जो आइस ऐड करते हैं तो ज्यादा ठंडा कर दो, कि आइस ने बहुत हीट अब्जॉर्ब कर लेनी है जो मैल्ट ही होनी है। सेम अपने कोले लेटेंट हीट ऑफ वेपराइजेशन है, सिंपल उवें जस्ट स्टेट कित्थों चेंज होनी है, लिक्विड टू गैस। यूनिट ਇਹਦੇ ਵੀ ਕੀ ਆਉਣਗੇ? जूल पर केजी SI एंड प्रैक्टिकल कैलोरी पर ग्राम सेम। एंड वाटर लिए भी याद रखनी है, लेटेंट हीट ऑफ वेपराइजेशन फॉर वाटर 540 कैलोरीज पर ग्राम, बहुत ही ज्यादा वैल्यू है। दैट्स वाई स्टीम दे बर्न्स बहुत सवीयर होंगे है, जे स्टीम नाल अपने बर्न होंदा है, भाफ लग जाती है, ਉਹਦੇ बर्न ज्यादा सवीयर होंगे, नाले स्टीम गैस है बहुत थोड़ा जिहा अमाउंट होगा, पर ਉਹਦੇ ਚ बहुत ज्यादा हीट है, 540 कैलोरी पर ग्राम। ਇਹਨੂੰ ਵੀ ਆਪਾਂ ਇੱਕ ਥੋੜਾ ਜਿਹਾ ਵਿਜ਼ੂਅਲਾਈਜ਼ ਕਰਨ ਵਾਲਾ ਕੰਮ ਕਰਦੇ ਹਾਂ, ਜਿਵੇਂ 1 ਗ੍ਰਾਮ ਦੀ ਗੱਲ ਕੀਤੀ, ਆਈਸ ਸੀ, ਕਿੰਨੇ ਕੈਲੋਰੀ ਨਾਲ ਮੈਲਟ ਹੋਈ ਸੀ? 80 ਨਾਲ, 80 ਨਾਲ ਮੈਲਟ ਹੋ ਗਈ, ਬੋਇਲ ਕਰਨਾ ਹੈ, ਵਾਟਰ ਤੱਕ ਲੈ ਕੇ ਜਾਣਾ ਹੈ, ਕਿੰਨੇ ਕੈਲੋਰੀਜ਼ ਹੋਰ ਚਾਹੀਦੀ ਹੈ? 100। ਟੋਟਲ ਆਈਸ ਨੂੰ ਮੈਲਟ ਕਰਕੇ ਬੋਇਲ ਕਰਨ ਚ ਕਿੰਨੀ ਹੀਟ ਚਾਹੀਦੀ ਸੀ? 180 ਕੈਲੋਰੀਜ਼। ਤੇ ਜਸਟ 100 ਡਿਗਰੀ ਵਾਟਰ ਨੂੰ ਜਸਟ ਸਟੀਮ ਚ ਕਨਵਰਟ ਕਰਨ ਲਈ 3 ਟਾਈਮਸ ਹੀਟ ਚਾਹੀਦੀ ਹੈ, 540 ਕੈਲੋਰੀਜ਼। ਇੰਨੀ ਜ਼ਿਆਦਾ ਹੀਟ ਕੰਟੈਂਟ ਹੈ ਸਟੀਮ ਦੇ ਵਿੱਚ, ਇੰਨੀ ਜ਼ਿਆਦਾ ਹੀਟ ਹੈ ਸਟੀਮ ਦੇ ਵਿੱਚ। ਇਸੇ ਲਈ ਹੁੰਦਾ ਨਾ, ਕਾਫੀ ਮੇਕਿੰਗ ਮਸ਼ੀਨ ਦੇਖੀ ਆਪਾਂ ਕਿ ਕੋਲਡ ਮਿਲਕ ਹੁੰਦਾ ਹੈ,
एक बार थोड़ी स्टीम पास करती, ये नहीं है कि अद्धे जग तो पूरा जग करना है, थोड़ी जी स्टीम नाल ही पूरा मिल्क बॉयल कर जाता है। स्टीम चलो जो 150 डिग्री सैल्सियस ते भी है, उतों भी हीट आऊगी, प्लस जो ने वाटर च कंडेंस होना है 540 कैलोरीज हीट है, वो तो अपने वेट तो 3 टाइम्स आइस ਨੂੰ ਮੈਲਟ ਵੀ ਕਰ ਸਕਦੀ ਹੈ, ਉਹਨੂੰ ਬੋਇਲ ਕਰ ਸਕਦੀ, ਕੱਲਾ ਮੈਲਟ ਨਹੀਂ, ਬੋਇਲਿੰਗ ਟੈਂਪਰੇਚਰ ਤੱਕ ਲਿਆ ਸਕਦੀ ਹੈ। ਇੰਨੀ ਜ਼ਿਆਦਾ ਹੀਟ ਹੈ, ਆਈਸ ਨੂੰ ਮੈਲਟ ਕਰਕੇ ਵੀ ਬੋਇਲਿੰਗ ਤੱਕ 3 ਟਾਈਮ ਜ਼ਿਆਦਾ ਵੇਟ ਨੂੰ। ਨੰਬਰ ਤੇ ਦਿਖ ਰਿਹਾ 540 ਕੈਲੋਰੀਜ਼ ਪਰ ਗ੍ਰਾਮ। ਹੁਣ ਜਦੋਂ ਇਹਦੇ ਚ ਆਪਾਂ ਕੁਐਸਚਨ ਅਟੈਂਪਟ ਕਰਾਂਗੇ, ਕਈ ਵਾਰ ਹੋਊਗਾ ਆਪਾਂ ਨੂੰ ਕੁਝ ਆਈਸ ਦਿੱਤੀ ਹੋਊਗੀ, ਹੀਟ ਦੇ ਕੈਲਕੂਲੇਟ ਕਰਨੀ ਹੋਈ, ਅਲਟੀਮੇਟ ਦੇਖੀਏ ਤਾਂ ਸਟੀਮ ਤੱਕ ਜਾਣਾ ਹੋਊਗਾ। ਤੇ ਇਹਦੇ ਤੁਸੀਂ ਬਲੌਕਸ ਦੀ ਹੈਲਪ ਲੈਣੀ ਹੈ, ਬਲੌਕਸ ਦੀ ਹੈਲਪ ਲੈਣੀ ਹੈ ਆਪਾਂ। ਸਪੋਜ਼ ਕਰੋ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਆਪਣੇ ਕੋਲੇ -30 ਡਿਗਰੀ ਸੈਲਸੀਅਸ ਤੇ ਆਈਸ ਹੈ, ਇੱਥੋਂ ਆਪਾਂ ਨੂੰ ਹੀਟ ਦੇ ਕੇ ਸਟੀਮ ਤੱਕ ਲੈ ਕੇ ਜਾਣਾ ਹੈ, ਤਾਂ ਆਪਾਂ ਨੂੰ ਕੁਝ ਹੀਟ ਪ੍ਰੋਵਾਈਡ ਕਰਾਂਗੇ ਜਿਹਦੇ ਨਾਲ ਇਹ ਜਸਟ 0 डिग्री सैल्सियस ਤੇ ਆਈਸ ਆਊਗੀ। ਸਟੈਪ ਨਹੀਂ ਖਾਣਾ, ਮਤਲਬ ਆਪ 0 डिग्री ਸੈਲਸੀਅਸ ਤੇ ਆਈਸ ਸੋਲਿਡ ਟੂ ਸੋਲਿਡ ਚ ਰਹੀ। ਜਦੋਂ ਮੈਲਟਿੰਗ ਵਾਲਾ ਕੰਮ ਆਇਆ, ਮੈਲਟਿੰਗ ਪੁਆਇੰਟ ਆਇਆ, ਉੱਥੇ ਆਪਾਂ ਕਵਾਂਗੇ ਕਿ ਆਪਾਂ ਇਹਨੂੰ ਕੁਝ ਹੋਰ ਹੀਟ ਦਿੱਤੀ ਜਿਹਦੇ ਨਾਲ ਇਹ ਟੈਂਪਰੇਚਰ 0 ਹੀ ਰਿਹਾ, ਬਟ ਇਹ ਕਿਹਦੇ ਚੇਂਜ ਹੋ ਗਈ, ਵਾਟਰ ਚ, ਲਿਕੁਇਡ ਸਟੇਟ ਚ ਆ ਗਈ। ਤੇ ਆਪਾਂ ਇਹ ਦੋਨੇ ਹੀਟਸ ਅਲੱਗ-ਅਲੱਗ ਕੈਲਕੂਲੇਟ ਕਰਨੀ, ਬਾਅਦ ਚ ਐਡ ਕਰਾਂਗੇ। ਫਿਰ ਜਦੋਂ ਆਪਾਂ ਵਾਟਰ ਨੂੰ ਹੀਟ ਅਪ ਕਰਾਂਗੇ ਤਾਂ ਵਾਟਰ ਅੱਗੇ ਟੈਂਪਰੇਚਰ ਇਨਕਰੀਜ਼ ਕਰੂਗਾ, ਹੋਰ ਹੀਟ ਲੈ ਕੇ ਵਾਟਰ ਬੋਇਲਿੰਗ ਪੁਆਇੰਟ ਤੱਕ ਪਹੁੰਚੂਗਾ। ਲਾਈਕ 100 डिग्री ਸੈਲਸੀਅਸ ਵਾਟਰ ਆ ਗਿਆ। ਹੁਣ ਜਦੋਂ ਇਹ ਵਾਟਰ ਬਣ ਗਿਆ, ਇਸ ਨੂੰ ਜਦੋਂ ਆਪਾਂ ਹੋਰ ਹੀਟ ਦੇਵਾਂਗੇ ਤਾਂ 100 डिग्री ਸੈਲਸੀਅਸ ਸਟੇਟ ਚੇਂਜ ਕਰ ਗਿਆ, ਸਟੀਮ ਚ ਚੇਂਜ ਹੋ ਗਿਆ। ਹਾਂ, ਅੱਗੇ ਹੋਰ ਹੀਟ ਦੇਵਾਂਗੇ ਤਾਂ ਸਟੀਮ ਗਰਮ ਹੋ ਜਾਊਗੀ, ਸਟੀਮ ਦਾ ਟੈਂਪਰੇਚਰ 150 200 ਜੋ ਵੀ ਕਿਹਾ ਹੋਊਗਾ ਉੱਥੋਂ ਤੱਕ ਪਹੁੰਚ ਜਾਊਗਾ। ਬਟ ਆਪਾਂ ਸਾਰੀਆਂ ਹੀਟਸ ਅਲੱਗ-ਅਲੱਗ ਕੈਲਕੂਲੇਟ ਕਰਨੀ ਹੈ। Q1 ਚ ਆਪਾਂ MC ਡੈਲਟਾ T ਲਾਵਾਂਗੇ, Q3 ਚ ਵੀ MC ਡੈਲਟਾ T ਲਾਵਾਂਗੇ, Q5 ਵਾਲੇ ਚ ਵੀ MC ਡੈਲਟਾ T ਲਾਵਾਂਗੇ। ਬਟ ਜਿਹੜੀ ਹੀਟ ਆ Q2 ਆ ਰਹੀ ਹੋਊਗੀ, ਇਹ ਹੀਟ ਪਰ ਯੂਨਿਟ ਮਾਸ ਹੈ। ਇੱਥੇ ਜਿਹੜੀ ਇਹ ਹੀਟ ਆਊਗੀ, this will be mass into latent heat of fusion, mass into latent heat of fusion, and जो Q4 आएगी, this will be mass into latent heat of vaporization, because यूनिट तो समझ आ रही है ना, कैलोरी पर ग्राम से इंटू मास करांगे, कैलोरीज बन जाएंगे। बट ये स्टेप नहीं विचों करना, ब्लॉक बना लो या लिख लो कि पहला आ प्रोसैस होया, फिर आ होया, फिर आ होया। ਜ਼ਰੂਰੀ ਨਹੀਂ ਸਾਰਿਆਂ ਦੀ ਲੋੜ ਪਊਗੀ, ਹੋ ਸਕਦਾ ਆਈਸ 0 ਤੇ ਹੋਏ ਤੇ ਆਪਾਂ ਜਸਟ ਸਿੱਧਾ ਹੀ ਵਾਟਰ ਚ ਕਨਵਰਟ ਕਰਨਾ ਹੈ ਤੇ 50 ਡਿਗਰੀ ਵਾਟਰ ਤੱਕ ਲੈ ਕੇ ਜਾਣਾ, 1-2 ਸਟੈਪ ਹੀ ਕਰਨੇ ਪੈਣ। ਮੈਕਸਿਮਮ ਆਪਾਂ ਨੂੰ ਇਹ 5 ਸਟੈਪ ਕਰਨੇ ਪੈ ਸਕਦੇ ਆ, ਸਾਰੀਆਂ ਹੀਟਸ ਨੂੰ ਐਡ ਕਰਨਾ। ਕੁਐਸਚਨ ਕਰਦੇ ਇਸ ਤੇ, ਫਸਟ ਕੁਐਸਚਨ ਕਰਿਓ ਤੁਸੀਂ। 2 kg ਆਈਸ ਹੈ, -20 डिग्री ਸੈਲਸੀਅਸ ਤੇ ਹੈ। ਹੀਟ ਦੇਖਣੀ ਹੈ ਆਪਾਂ ਇਹਨੂੰ 80 डिग्री ਸੈਲਸੀਅਸ ਤੱਕ ਹੀਟ ਕਰਨਾ ਹੈ, ਕਿੰਨੀ ਹੀਟ ਚਾਹੀਦੀ ਹੋਊਗੀ। ਸਟੈਪ ਕਿਵੇਂ ਆਉਣਗੇ, ਪਹਿਲਾਂ -20 डिग्री ਸੈਲਸੀਅਸ ਆਈਸ ਟੂ 0 डिग्री ਸੈਲਸੀਅਸ ਆਈਸ, ਉਹਦੀ ਹੀਟ ਕੱਢਣੀ ਪਊ। ਫਿਰ 0 डिग्री ਸੈਲਸੀਅਸ ਆਈਸ ਟੂ 0 डिग्री ਸੈਲਸੀਅਸ ਵਾਟਰ, ਲੇਟੈਂਟ ਹੀਟ।
फिर 0 डिग्री सेल्सियस वाटर टू 80 डिग्री सेल्सियस वाटर, बस कम खत्म। आंसर चेक करवा लो किदा किदा आंसर आ रहे हैं। 340 किलो कैलोरीज, 340,000 जो आंसर आ गया हैंड रेस कर, आराम नाल करियो। हाँ जी, किदा किदा आ गया। ਪਹਿਲਾਂ ਆਪਾਂ ਕਰਨਾ ਸੀ ਜੋ ਫਸਟ ਬਲੌਕ ਸੀ ਆਪਣੇ ਕੋਲ ਇੱਕ ਤਰ੍ਹਾਂ ਨਾਲ Q1 ਕੈਲਕੂਲੇਟ ਕਰਨੀ, ਜਿਹਦੇ ਚ ਆਪਾਂ -20 ਡਿਗਰੀ ਸੈਲਸੀਅਸ ਆਈਸ ਟੂ 0 ਡਿਗਰੀ ਸੈਲਸੀਅਸ ਆਈਸ ਚ ਕਨਵਰਟ ਕਰਨਾ ਹੈ। ਤੇ ਇਹਦੇ ਚ ਜਿਹੜੀ ਹੀਟ ਆਈ ਹੋਏਗੀ Q1 ਮਾਸ ਕਿੰਨਾ ਹੈ 2000 ਗ੍ਰਾਮ, ਤੇ ਆਈਸ ਦੀ ਸਪੈਸੀਫਿਕ ਹੀਟ ਦਿੱਤੀ ਹੈ 0.5 ਕੈਲੋਰੀਜ਼ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ, ਤੇ ਟੈਂਪਰੇਚਰ ਕਿੰਨਾ ਚੇਂਜ ਹੋਇਆ 20, ਕਿੰਨਾ ਵੈਲਿਊ ਬਣ ਗਈ ਇਹ 10,000 ਕੈਲੋਰੀਜ਼। ਫਿਰ ਆਪਣੇ ਕੋਲੇ ਹੈ 0 ਡਿਗਰੀ ਸੈਲਸੀਅਸ ਤੇ ਆਈਸ, ਤੇ ਇਹਨੂੰ 0 ਡਿਗਰੀ ਸੈਲਸੀਅਸ ਵਾਟਰ ਚ ਕਨਵਰਟ ਕਰਨਾ, ਇਹਦੇ ਲਈ ਹੀਟ ਕਿੰਨੀ ਚਾਹੀਦੀ ਹੈ 2000 into 80, 2000 into 80, 80 ਕੈਲੋਰੀ ਪਰ ਗ੍ਰਾਮ, ਤੇ ਮਾਸ ਗ੍ਰਾਮ ਚ ਲੈ ਰਹੇ 80 ਕੈਲੋਰੀ ਪਰ ਗ੍ਰਾਮ, ਮਾਸ ਗ੍ਰਾਮ ਚ ਹੈ, ਤੇ ਵੈਲਿਊ ਬਣ ਗਈ 160,000 ਕੈਲੋਰੀਜ਼। ਮੈਂ ਗਲਤ ਲਿਖਿਆ 20,000 ਆ ਰਿਹਾ ਸੀ, ਹਾਂਜੀ 20,000 ਆ ਰਿਹਾ ਸੀ ਪਹਿਲਾਂ, ਠੀਕ ਸੀਗਾ ਕਹਿੰਦੇ। ਹੁਣ 0 ਡਿਗਰੀ ਸੈਲਸੀਅਸ ਵਾਟਰ ਨੂੰ ਗਰਮ ਕਰ ਰਹੇ 80 ਡਿਗਰੀ ਸੈਲਸੀਅਸ ਵਾਟਰ ਤੱਕ, ਜਿਹੜੀ ਹੀਟ ਆ ਰਹੀ ਹੈ ਮਾਸ ਇਨਟੂ ਸਪੈਸੀਫਿਕ ਹੀਟ। ਹੁਣ ਆਈਸ ਥੋੜੀ ਹੀਟ ਹੋ ਰਹੀ ਹੈ, ਕੀ ਹੀਟ ਹੋ ਰਿਹਾ ਹੈ ਵਾਟਰ, ਉਹਦੀ ਸਪੈਸੀਫਿਕ ਹੀਟ ਕਿੰਨੀ ਹੈ 1, 2000 into 1 into temperature difference is 80 minus 0, कितना हो गया अभी 160,000, ये टोटल कितना बन गया 340 किलो कैलोरीज।
और 3.4 इंटू 10⁵ कैलोरीज। आ गया आंसर। ਹੁਣ अगले क्वेश्चन च कुछ खास नहीं है, यही काम है, सब दा आगे बेटा आंसर ही है, बस एक स्टेप ज्यादा है, ये गलती नहीं करनी। स्पेसिफिक हीट स्टीम दी ते स्पेसिफिक हीट वाटर दी, सॉरी आइस दी, दोनों आप लेके चल रहे हैं 0.5 कैलोरीज पर ग्राम पर डिग्री सेल्सियस, अप्रोक्सीमेटली होंदियां भी इन्नियां की है, कोई 0.4 है या 0.3, आप सौखा करने लिए 0.5 लेके चले, 0.5 लेके चलते हैं इनू आप। स्टेप देखियो, पहला 200 डिग्री सेल्सियस टू 100 डिग्री सेल्सियस स्टीम आऊगी, फिर 100 डिग्री सेल्सियस स्टीम टू 100 डिग्री सेल्सियस ही वाटर आऊगा, फिर 100 डिग्री सेल्सियस वाटर तो 0 डिग्री सेल्सियस वाटर ही आऊगा, फिर 0 डिग्री सेल्सियस वाटर टू 0 डिग्री सेल्सियस आइस, फिर आइस हो ठंडी होनी है अप टू -20, ते सारे 5 पार्ट आ गए अपने। मतलब माइनस नहीं, वो प्लस ही है, हीट रिलीज ही देखनी है आप। मैं आंसर लिख देना बेटा। 780 किलो कैलोरीज और 780,000 कैलोरीज, आराम नाल करते जाओ। $10,000.5 आंसर आ गया। कुछ तक पहुंच गए, ठीक है 540। सही करो।
मेरे में आ गया। ना जीरो आज बड़ा पै जाने, वैसे पता ही है हर चीज ਨਾਲ 3 ਜ਼ੀਰੋਜ਼ ਆ ਰਹੀਆਂ ਸੀ, ਉਹਨੂੰ ਸਾਈਡ ਪਹਿਲਾਂ ਹੀ ਰੱਖ ਲੈਂਦੇ। 1000 ਨਾਲ ਤਾਂ ਹਰ ਇੱਕ ਚੀਜ਼ ਮਲਟੀਪਲਾਈ ਹੋ ਹੀ ਰਿਹਾ ਸੀ ਨਾ, ਉਹ ਬਾਅਦ ਚ ਲਾ ਲੈਂਦੇ। ਚਲੋ ਪੂਰੇ ਲਾ ਦਿੰਦੇ, ਮੈਂ ਵੀ ਕਰ ਦਿੰਦਾ। ਪਰ ਉਹ ਆ ਜ਼ੀਰੋਜ਼ ਕਰਕੇ ਹੀ ਐਂ ਜੇ ਹੋ ਜਾਂਦਾ, ਪਤਾ ਨਹੀਂ ਬਾਹਲੀ ਵੱਡੀ ਕੈਲਕੂਲੇਸ਼ਨ ਜੀ ਬਣ ਗਈ। ਪਹਿਲਾ ਫਸਟ ਕੀ ਹੈ ਆਪਣੇ ਕੋਲੇ, 200 ਸਟੀਮ ਟੂ 100 ਸਟੀਮ। Q1 ਦੀ ਵੈਲਿਊ ਆਈ 1000 into 0.5 into temperature change 100, 50,000। फिर 100 steam to 100 degree water, ਇਹਦੇ ਚ ਆਈ ਵੈਲਿਊ 540 into 1000, ਇਹ ਵੈਲਿਊ ਬਣੀ 540,000। फिर 100 degree water to 100 degree water to 0 degree water, हीट कितनी आई 1000 mass into specific heat की water दी into temperature change 100, that is 100,000। 0 degree water to 0 degree ice, एक नहीं आई 1000 into 80, 80,000। फिर 0 degree Celsius ice to 0 degree Celsius, sorry, -20 degree Celsius ice, ਇਹਦੇ ਚ ਹੀਟ ਕੀ ਰਿਲੀਜ਼ ਹੋ ਰਹੀ ਹੈ 1000 into 0.5 into 20, 0 minus 20, that is 20, 10,000। तो सारा ऐड करके की आ रहे हैं, आ रहे आंसर 780। that much calories। 780,000 calories। ठीक है जी। लो नेक्स्ट क्वेश्चन कर दिया हुण ਇਹਦੇ ਚ। ਜਿੱਥੇ ਮਿਕਸਿੰਗ ਹੋਏਗੀ ਆਈਸ ਐਂਡ ਵਾਟਰ ਦੀ ਜਾਂ ਵਾਟਰ ਸਟੀਮ ਦੀ ਜਾਂ ਆਈਸ ਸਟੀਮ ਦੀ, ਕੁਝ ਵੀ ਹੋ ਸਕਦਾ ਹੈ, ਆਪਾਂ ਕੁਝ ਕੋ ਦੀ ਪ੍ਰੈਕਟਿਸ ਕਰਦੇ ਹਾਂ। ਹਾਂਜੀ बेटा, सेकेंड पार्ट Q2 बेटा 100 डिग्री सेल्सियस पे स्टीम है, दैट इज कंडेंस्ड टू वाटर, तो अमाउंट ऑफ हीट रिलीज्ड इज मास इनटू लेटेंट हीट ऑफ वेपोराइजेशन। मास कितने 1000 ग्राम, लेटेंट हीट ऑफ वेपोराइजेशन इज 540 कैलोरीज पर ग्राम। ठीक है, water to steam ਹੁੰਦਾ heat required ਸੀ, steam to water conversion है heat is released। लो जो नेक्स्ट क्वेश्चन है 100 ग्राम आइस है 0 डिग्री सेल्सियस पे एंड 400 ग्राम ऑफ वाटर है, दिस इज एट 50 डिग्री सेल्सियस। दोनों ने मिक्स किया
गर्म पानी च आइस पाई है, फाइनल टेंपरेचर देखना है कितना आऊगा, फाइनल टेंपरेचर देखना है कितना आ रहा होगा। ਇੱਥੇ ਹੁਣ हीट गेन कौन कर रहा है, आइस। आइस ने दो स्टेप च हीट गेन करनी है, ठीक है ना। एक तो 0 डिग्री सेल्सियस ते आइस है, पहले कुछ हीट लेके Q1 लेके फेस चेंज करेगी, सॉलिड टू लिक्विड आएगी, 0 डिग्री सेल्सियस वाटर होएगी। फिर आप ये कॉमन टेम्परेचर कोई भी टी सपोज कर लेने हैं, टेम्परेचर टी आ गया तो टी डिग्री सेल्सियस वाटर ते जाए, तो आप हीट गेन की जो वैल्यू लिखांगे, जो पहला आप सिंपल MC डेल्टा टी लिख देंगे सी, ਇੱਥੇ ਕੀ ਹੋਏਗਾ, पहले ही हीट आएगी ਕਿਹੜੀ 100 into 80 that much calories। फिर वाटर कित्थों तो कित्थे तक जा रहे हैं, 0 तो T प्लस M C 100 into 1 into change in temperature T minus 0। ਪਹਿਲਾਂ ਕੱਲੀ ਇੱਕ ਟਰਮ ਆਉਂਦੀ ਹੁੰਦੀ ਸੀ, ਹੁਣ ਇੱਥੇ ਲੇਟੈਂਟ ਹੀਟ ਦਾ ਵੀ ਆਈਡੀਆ ਆਊਗਾ। ਹੀਟ ਲੌਸਟ ਉਹ ਤਾਂ ਵਾਟਰ ਨੇ ਅੱਗੇ 50 ਤੋਂ T ਤੇ ਵਾਟਰ ਤੇ ਆਉਣੇ, ਇਹਦੇ ਤਾਂ ਕੋਈ ਫੇਸ ਚੇਂਜ ਦੀ ਗੱਲ ਨਹੀਂ ਹੋ ਰਹੀ। ਇਹ ਕਿੰਨਾ ਆ ਗਿਆ 400 into 1 into 50 minus T। तो ਹੁਣ लगाओ हीट gained is equal to heat lost, heat gained is equal to heat lost। 100 तक कैंसिल ही कर दिए, हीट गेन इज इक्वल टू हीट लॉस्ट लिखोगे, दो जीरोस तक कैंसिल ही करो पहले ही। इक्वेशन बन रही होएगी 80 प्लस टी इज इक्वल टू 4 इंटू 50 माइनस टी, यही बनी। 80 प्लस टी इज इक्वल टू 200 माइनस 40, 5t इज इक्वल टू 120, टी कितना आ गया 24 डिग्री सेल्सियस। टेम्परेचर आ गया फाइनल दैट इज 24 डिग्री सेल्सियस। एक सिमिलर क्वेश्चन है नेक्स्ट इहदा, 100 ग्राम आइस है, 200 ग्राम वाटर है 20 डिग्री ते, उवें करो ते फाइनल टेंपरेचर देखियो की आ रहा है।
तनवीर कितना आ रहा है आंसर करो। ओके जसलीन कितना आ रहा है आंसर? जो आंसर आया वो बोलियो, ठीक है। आंसर आ रहा है -40/3। टेम्परेचर का आंसर आ रहा है -40/3 सॉल्व करके। किदा किदा आया है? आ रहे हैं बहुत जाना है, बट पता लगता भी आइस च गर्म पानी पाया है तो ऐ किवें हो सकता है कि टेम्परेचर नैगेटिव च आ जाए। फिर अपन लगता होंगे प्लस माइनस की गलती हो गई, प्लस ला के आप 40/3 बना लेने हैं। कैलकुलेशन देखते हैं एक्चुअली आप की कर रहे हैं। हीट जो आइस ने गेन की थी 100 × 80 मेल्ट करने ਲਈ प्लस 100 × 1 × T-0 ਤੇ ਵਾਟਰ ਨੇ ਲੂਜ਼ ਕੀਤੀ 200 × 1 × 20 - T। ਫਿਰ ਆਪਣੇ ਕੋਲੇ ਬਣ ਰਿਹਾ ਸੀ 80 + T = 40 - 2T, 3T = -40 ਤੇ T ਆ ਰਿਹਾ ਸੀ -40/3। ਨੈਗੇਟਿਵ ਟੈਂਪਰੇਚਰ ਨਹੀਂ ਹੋ ਸਕਦਾ ਸੀ। ਸੁਣੋ ਕਿਉਂ? ਕਿ ਆਈਸ ਨੂੰ ਮੈਲਟ ਕਰਨ ਲਈ ਮਿਨੀਮਮ ਕਿੰਨੀ ਹੀਟ ਚਾਹੀਦੀ ਸੀ? 8000 ਕੈਲੋਰੀਜ਼। ਆਈਸ ਨੂੰ ਮੈਲਟ ਕਰਨ ਲਈ ਕਿੰਨੀ ਹੀਟ ਚਾਹੀਦੀ ਸੀ? 8000 ਕੈਲੋਰੀਜ਼। ਵਾਟਰ ਮੈਕਸਿਮਮ ਜੋ ਹੀਟ ਲੂਜ਼ ਕਰ ਸਕਦਾ ਹੈ ਉਹ ਜ਼ੀਰੋ ਤੱਕ ਹੀ ਆ ਸਕਦਾ ਹੈ ਨਾ। ਠੰਡਾ ਹੁੰਦਾ 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 ਜ਼ੀਰੋ ਤੱਕ ਹੀ ਕੂਲ ਡਾਊਨ ਹੋਊਗਾ, ਉਨੀ ਹੀਟ ਹੀ ਕੱਢ ਸਕਦਾ ਹੈ। वो कितनी निकल रही है? 200 × 1 × 20 - 0। कितने कैलोरीज आ रहे हैं? 4000 कैलोरीज। मेल्ट करने लिए कितनी चाहिए है मिनिमम? 8000 कैलोरीज। ਤਾਂ ਇਹਦੇ ਚ ਇੰਨੀ ਹੀਟ ਹੈ ਹੀ ਨਹੀਂ ਹੈ ਵਾਟਰ ਕੋਲ ਕਿ ਉਹ ਪੂਰਾ ਮੈਲਟ ਕਰ ਦੇ ਆਈਸ ਨੂੰ। ਤਾਂ ਹੁਣ ਕੀ ਹੋਊਗਾ? ਪਾਰਸ਼ਲੀ ਆਈਸ ਮੈਲਟ ਹੋਗੀ, ਪਾਰਸ਼ਲੀ ਵਾਟਰ ਹੈ, ਪਾਰਸ਼ਲੀ ਆਈਸ ਹੈ, ਤਾਂ ਟੈਂਪਰੇਚਰ ਕਿੰਨਾ ਆਊਗਾ? 0 ਡਿਗਰੀ ਸੈਲਸੀਅਸ। ਤਾਂ ਇੱਥੋਂ ਆਪਾਂ ਨੂੰ ਆਈਡੀਆ ਵੀ ਮਿਲ ਗਿਆ ਕਿ ਜੇ ਆਨਸਰ ਕਦੇ ਆਈਸ ਵਾਟਰ ਮਿਕਸਿੰਗ ਚ ਨੈਗੇਟਿਵ ਆ ਰਿਹਾ ਹੈ ਤਾਂ ਆਪਾਂ ਆਨਸਰ ਕਿੰਨਾ ਲਿਖਾਂਗੇ? 0 ਡਿਗਰੀ ਸੈਲਸੀਅਸ। ਫਿਰ ਪੱਕਾ ਹੀ ਹੋਊਗਾ ਕਿ ਅੱਧੀ ਕੁਛ ਨਾ ਕੁਛ ਪਾਰਟ ਆਈਸ ਹੈ ਤੇ ਕੁਛ ਪਾਰਟ ਵਾਟਰ ਹੈ। ਜਦੋਂ ਫਾਈਨਲ ਟੈਂਪਰੇਚਰ ਹੋਏਗਾ 0 ਡਿਗਰੀ ਸੈਲਸੀਅਸ। ਫਾਈਨਲ ਟੈਂਪਰੇਚਰ ਹੋਏਗਾ 0 ਡਿਗਰੀ ਸੈਲਸੀਅਸ। ਹਾਂ, ਇਹਦਾ ਜਿਹੜਾ ਅਗਲਾ ਪਾਰਟ ਹੈ amount of ice and water in solution। amount of ice and water in solution। ਇਹਦੇ ਲਈ ਆਪਾਂ ਕੀ ਕਰਦੇ ਹਾਂ? ਆਪਾਂ ਇਹ ਦੇਖਦੇ ਹਾਂ ਕਿ ਜਦੋਂ ਵਾਟਰ ਨੇ ਹੀਟ ਲੂਜ਼ ਕੀਤੀ, ਕਿੰਨੀ ਲੂਜ਼ ਕੀਤੀ ਹੈ? 4000 ਕੈਲੋਰੀਜ਼। 4000 ਕੈਲੋਰੀਜ਼ ਕਿੰਨੀ ਆਈਸ ਨੂੰ ਮੈਲਟ ਕਰਾ ਦੇਣੀ? मास ऑफ आइस मेल्ट करते हैं इनटू लेटेंट हीट ऑफ फ्यूजन। एक कितना होना चाहिए जिन्नी वाटर ने हीट लूज की है? दैट इज 4000 कैलोरीज। इत्थे मास ऑफ आइस मेल्ट किन्ने आ रहे? 4000 बाय 80, 50 ग्राम। लेटेंट हीट दे यूनिट कैलोरी पर ग्राम, कैलोरी ना कैलोरी कैंसिल हो गया, ग्राम ऊपर आ गया है।
ਮਾਸ ਗ੍ਰਾਮ ਚ ਹੀ ਆਉਣਾ ਸੀ ਤਾਂ ਆਪਾਂ ਗ੍ਰਾਮ ਚ ਹੀ ਲੈ ਰਹੇ ਹਾਂ ਸਾਰੇ। 50 ਗ੍ਰਾਮ ਆਈਸ ਮੈਲਟ ਹੋ ਗਈ, ਹੁਣ ਰਿਮੇਨਿੰਗ ਆਈਸ ਕਿੰਨੀ ਹੈ 50 ਗ੍ਰਾਮ, 100 ਸੀਗੀ 50 ਮੈਲਟ ਹੋ ਗਈ 50 ਰਹਿ ਗਈ, ਤੇ ਵਾਟਰ ਕਿੰਨਾ ਹੋ ਗਿਆ 250 ਗ੍ਰਾਮ। ਕਿਉਂ? ਬਿਕੋਜ਼ 200 ਤਾਂ ਆਪਾਂ ਹੀ ਪਾਇਆ ਸੀ, 50 ਆਈਸ ਮੈਲਟ ਹੋ ਗਈ, ਤਾਂ ਟੋਟਲ ਵਾਟਰ ਕਿੰਨਾ ਹੋ ਗਿਆ 250 ਗ੍ਰਾਮ। ਇਹ 'ਚ ਖਿਆਲ ਵੀ ਰੱਖਣਾ ਜੇ ਕਿਤੇ ਸਟੀਮ ਤੇ ਵਾਟਰ ਦੀ ਮਿਕਸਿੰਗ ਹੋਈ ਹੈ ਤੇ ਟੈਂਪਰੇਚਰ 100 ਤੋਂ ਜ਼ਿਆਦਾ ਬਣ ਰਿਹਾ ਹੈ, that means partial steam partial water। 0 ਤੋਂ ਘੱਟ ਬਣ ਰਿਹਾ ਹੈ ਪਾਰਸ਼ੀਅਲ ਆਈਸ ਹੋਊਗੀ ਪਾਰਸ਼ੀਅਲ ਵਾਟਰ, 100 ਤੋਂ ਜ਼ਿਆਦਾ ਬਣ ਜਾਂਦਾ ਪਾਰਸ਼ੀਅਲ ਸਟੀਮ ਪਾਰਸ਼ੀਅਲ ਵਾਟਰ। ਜੇ ਵਿੱਚ ਵਿਚਾਲੇ ਆ ਗਿਆ ਕੋਈ 60 70 ਆ ਗਿਆ ਤਾਂ ਆ ਗਿਆ, ਠੀਕ ਹੈ। ਨੈਗੇਟਿਵ मतलब ਪਾਰਸ਼ੀਅਲ ਆਈਸ ਪਾਰਸ਼ੀਅਲ ਵਾਟਰ, 100 ਤੋਂ ਜ਼ਿਆਦਾ ਆंसर ਆ ਰਿਹਾ मतलब ਪਾਰਸ਼ੀਅਲੀ ਵਾਟਰ ਪਾਰਸ਼ੀਅਲ ਸਟੀਮ। समझ आई? तो ये काम अपना कंप्लीट होया कैलोरीमीटरी। बहुत छोटे छोटे ਜਿਹੇ ਸਿੰਪਲ ਟੌਪਿਕਸ ਨੇ। ਕੱਲ ਨੂੰ ਆਪਾਂ ਥਰਮਲ ਐਕਸਪੈਂਸ਼ਨ ਕਰਾਂਗੇ, 2 ਦਿਨ ਦਾ ਆਪਣਾ ਟੌਪਿਕ ਬਣੂਗਾ, ਮੇਬੀ ਹਾਰਡਲੀ 2 ਡੇਜ਼ ਦਾ ਥਰਮਲ ਐਕਸਪੈਂਸ਼ਨ। ਫਿਰ ਆਪਣਾ ਆ ਜਾਏਗਾ ਹੀਟ ਟ੍ਰਾਂਸਫਰ।